ਹੈਲੋ ਦੋਸਤੋ, ਮੈਂ ਹਾਂ ਅੰਕਿਤ ਸਿੰਘ ਰਾਣਾ ਤੇ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਆਪਣੇ ਪ੍ਰਾਚੀਨ ਇਤਿਹਾਸ ਦੀ ਐਂਸ਼ੀਐਂਟ ਹਿਸਟਰੀ ਦੀ ਵੀਡੀਓ ਸੀਰੀਜ਼ ਦਾ 11ਵਾਂ ਲੈਕਚਰ ਕਰਾਂਗੇ ਬਾਈ। 11ਵਾਂ ਲੈਕਚਰ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਨੇ 10 ਲੈਕਚਰ ਡਿਸਕਸ ਕਰ ਲਏ ਨੇ। ਜੇ ਤੁਸੀਂ ਚੈਨਲ ਤੇ ਨਏ ਹੋ, ਉਹ ਲੈਕਚਰ ਨਹੀਂ ਵੇਖੇ ਤਾਂ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪਲੇਲਿਸਟ ਦਾ ਇੱਕ ਲਿੰਕ ਦਿਆ ਹੋਇਆ, ਉੱਥੋਂ ਤੁਸੀਂ ਪਹਿਲੇ ਵਾਲੇ ਜਿਹੜੇ 10 ਲੈਕਚਰ ਆ ਉਹਨਾਂ ਨੂੰ ਕਵਰ ਕਰ ਸਕਦੇ ਹੋ। ਠੀਕ ਹੈ। ਤੇ ਅੱਜ ਦਾ ਆਪਣਾ ਟੌਪਿਕ ਕੀ ਹੈ? ਅੱਜ ਦਾ ਆਪਣਾ ਟੌਪਿਕ ਹੈ ਬਈ ਮੌਰਿਆ ਰਾਜਵੰਸ਼ ਯਾਨੀ ਮੌਰਿਆ ਡਾਇਨੈਸਟੀ। ਇਹਦੇ ਬਾਰੇ ਆਪਾਂ ਨੇ ਪੜ੍ਹਨਾ ਹੈ। ਠੀਕ ਹੈ। ਤੇ ਉਸ ਤੋਂ ਪਹਿਲਾਂ ਇਹ ਸਾਡਾ ਇੰਸਟਾਗ੍ਰਾਮ ਅਕਾਊਂਟ ਹੈ ਬਈ। ਠੀਕ ਹੈ। ਕੋਈ ਵੀ ਕੁਐਰੀ ਹੈ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ। ਇਸ ਤੋਂ ਇਲਾਵਾ ਟੈਲੀਗ੍ਰਾਮ ਚੈਨਲ ਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਬਾਕੀ ਆਪਣੀ ਜਿਹੜੀ ਐਂਡਰੋਇਡ ਐਪ ਹੈ ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ ਐਂਡਰੋਇਡ ਐਪ ਹੈ, ਉਹਦਾ ਲਿੰਕ ਵੀ ਵੀਡੀਓ ਦੇ ਥੱਲੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਉਹਨੂੰ ਜ਼ਰੂਰ ਡਾਊਨਲੋਡ ਕਰੋ ਤੇ ਜਿੰਨੀ ਵੀ ਪੋਸਟਾਂ ਆਈਆਂ ਹੋਈਆਂ ਨੇ ਪੀਪੀਐਸਸੀ ਦੀਆਂ ਜਾਂ ਫਿਰ ਆਪਣੇ ਟ੍ਰਿਪਲ ਐਸ ਬੋਰਡ ਦੀਆਂ, ਉਹਨਾਂ ਦੇ ਕੋਰਸ ਹੈ ਉੱਥੇ ਆਲਰੇਡੀ ਚੱਲੇ ਹੋਏ ਆ ਤੇ ਕੋਰਸ ਪਰਚੇਸ ਕਰਕੇ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਉਹਨੂੰ ਹੋਰ ਵੀ ਬੈਟਰ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ। ਅੱਜ ਦਾ ਟੌਪਿਕ ਕੀ ਹੈ ਆਪਣਾ? ਮੌਰਿਆ ਡਾਇਨੈਸਟੀ ਯਾਨੀ ਮੌਰਿਆ ਵੰਸ਼। ਠੀਕ ਹੈ ਨਾ। ਮੌਰਿਆ ਵੰਸ਼ ਬਾਰੇ ਆਪਾਂ ਨੇ ਪੜ੍ਹਨਾ ਹੈ। ਤਾਂ ਲਾਸਟ ਵੀਡੀਓ ਦੇ ਵਿੱਚ ਆਪਾਂ ਨੇ ਪੜ੍ਹਿਆ ਸੀਗਾ ਬਈ ਜਿਹੜਾ ਮਗਧ ਸਾਮਰਾਜ ਸੀ, ਮਗਧ ਸਾਮਰਾਜ ਦੇ ਉੱਤੇ ਨੰਦ ਵੰਸ਼ ਦਾ ਰਾਜ ਸੀ ਤੇ ਉਸੇ ਟਾਈਮ ਇੰਡੀਆ ਦੇ ਉੱਤੇ ਸਿਕੰਦਰ ਦਾ ਹਮਲਾ ਹੁੰਦਾ ਹੈ। ਠੀਕ ਹੈ ਨਾ। ਸਿਕੰਦਰ ਹੈ ਜਿਹੜਾ ਉਹ ਪੰਜਾਬ ਵਾਲਾ ਇਲਾਕਾ, ਅਫਗਾਨਿਸਤਾਨ ਤੇ ਪਾਕਿਸਤਾਨ ਵਾਲਾ ਇਲਾਕਾ ਜਿਹੜਾ ਉਹਨੂੰ ਜਿੱਤ ਕੇ ਵਾਪਸ ਚਲੇ ਜਾਂਦਾ ਹੈ। ਠੀਕ ਹੈ। ਤੇ ਉਹ ਵਾਲਾ ਏਰੀਆ ਜਿਹੜਾ ਉਹ ਆਪਣੇ ਸੈਨਾਪਤੀ ਸੈਲਿਊਕਸ ਨਿਕੇਟਰ ਨੂੰ ਸੌਂਪ ਦਿੰਦਾ ਸਾਰਾ ਕੁਐਸਚਨ। ਠੀਕ ਹੈ ਨਾ। ਉਹ ਸਾਰੇ ਏਰੀਆ ਦੇ ਉੱਤੇ ਸੈਲਿਊਕਸ ਨਿਕੇਟਰ ਦਾ ਰਾਜ ਹੁੰਦਾ ਹੈ ਤੇ ਇਹ ਪੰਜਾਬ ਵਾਲਾ ਜਿਹੜਾ ਏਰੀਆ ਹੁੰਦਾ ਹੈ ਨਾ, ਇਹਦੇ 'ਚ ਪਹਿਲਾਂ ਪੋਰਸ ਦਾ ਰਾਜ ਸੀ। ਹੁਣ ਪੋਰਸ ਤੋਂ ਬਾਅਦ ਇਹ ਏਰੀਆ ਵੀ ਯੂਨਾਨੀਆਂ ਦੇ ਕੰਟਰੋਲ 'ਚ ਆ ਜਾਂਦਾ ਹੈ ਤੇ ਸਿਕੰਦਰ ਦੀ ਮੌਤ ਤੋਂ ਬਾਅਦ ਇਹ ਏਰੀਆ ਥੋੜਾ ਜਿਹਾ ਅਨਸਟੇਬਲ ਹੁੰਦਾ ਹੈ ਤੇ ਉਹਦਾ ਐਜ ਕੌਣ ਲੈਂਦਾ ਹੈ, ਉਹਦਾ ਬੈਨੀਫਿਟ ਕੌਣ ਲੈਂਦਾ ਹੈ? ਉਹਦਾ ਬੈਨੀਫਿਟ ਲੈ ਲੈਂਦਾ ਹੈ ਚੰਦਰਗੁਪਤ ਮੌਰਿਆ। ਠੀਕ ਹੈ ਨਾ। ਚੰਦਰਗੁਪਤ ਮੌਰਿਆ ਚਾਣਕਿਆ ਦੀ ਮਦਦ ਨਾਲ ਪਹਿਲਾਂ ਇੱਥੇ ਪੰਜਾਬ ਦਾ ਰਾਜਾ ਬਣਦਾ ਹੈ ਤੇ ਬਾਅਦ ਦੇ ਵਿੱਚ ਫਿਰ ਕੀ ਹੈ, ਉਹ ਮਗਧ ਦੇ ਉੱਤੇ ਅਟੈਕ ਕਰਦਾ ਹੈ। ਠੀਕ ਹੈ ਨਾ। ਮਗਧ ਉੱਤੇ ਅਟੈਕ ਕਰਕੇ ਫਿਰ ਉਹ ਮਗਧ ਦਾ ਰਾਜਾ ਬਣਦਾ ਹੈ ਤੇ ਫਿਰ ਹੌਲੀ ਹੌਲੀ ਕਰਕੇ ਉਹ ਸਾਰਾ ਜਿਹੜਾ ਏਰੀਆ ਸਿਕੰਦਰ ਨੇ ਜਿੱਤਿਆ ਸੀ ਉਹਨੂੰ ਵੀ ਉਹ ਵਾਪਸ ਲੈ ਲੈਂਦਾ ਹੈ। ਠੀਕ ਹੈ ਨਾ। ਤਾਂ ਇੱਥੋਂ ਫਿਰ ਚੰਦਰਗੁਪਤ ਮੌਰਿਆ ਦੇ ਨਾਂ ਤੋਂ ਹੀ ਮੌਰਿਆ ਵੰਸ਼ ਹੈ ਜਿਹੜਾ ਉਹ ਸ਼ੁਰੂ ਹੁੰਦਾ ਹੈ। ਠੀਕ ਹੈ ਨਾ। ਉਹਦਾ ਟਾਈਮ ਪੀਰੀਅਡ ਇਹ ਦੇਖ ਸਕਦੇ ਹੋ ਤੁਸੀਂ, ਕਾਫੀ ਸਾਲ ਇਹਨਾਂ ਨੇ ਰਾਜ ਕਰਿਆ ਮੌਰਿਆ ਨੇ। ਠੀਕ ਹੈ ਜੀ। ਤੇ ਬਟ ਦਿੱਕਤ ਇਹ ਹੈ, ਕਨਫਲਿਕਟ ਦਾ ਟੌਪਿਕ ਜਾਂ ਪੁਆਇੰਟ ਇਹ ਹੈ ਕਿ ਇਹਨਾਂ ਦੀ ਉਤਪਤੀ ਕਿੱਥੋਂ ਹੋਈ ਹੈ, ਇਹਦੇ ਉੱਤੇ ਅਲੱਗ-ਅਲੱਗ ਹਿਸਟੋਰੀਅਨਸ ਦੀ ਅਲੱਗ-ਅਲੱਗ ਜਿਹੜੀ ਥਿਉਰੀ ਹੈ ਉਹ ਹੈਗੀ ਹੈ। ਠੀਕ ਹੈ ਨਾ। ਕਈ ਹਿਸਟੋਰੀਅਨਸ ਇਹਨਾਂ ਨੂੰ ਛਤਰੀਏ ਮੰਨਦੇ ਆ ਮੌਰੀਅਨਸ ਨੂੰ, ਤੇ ਕਈ ਹਿਸਟੋਰੀਅਨ ਹੈ ਜਿਹੜੇ ਇਹਨਾਂ ਨੂੰ ਸ਼ੂਦਰ ਕਹਿੰਦੇ ਆ ਤੇ ਕਈ ਹਿਸਟੋਰੀਅਨ ਹੈ ਜਿਹੜੇ ਇਹਨਾਂ ਨੂੰ ਵੈਸ਼ਯ ਕਹਿੰਦੇ ਆ। ਠੀਕ ਹੈ ਨਾ। ਤਾਂ ਅਲੱਗ-ਅਲੱਗ ਦੇ ਅਲੱਗ-ਅਲੱਗ ਵਿਚਾਰ ਨੇ ਬਈ। ਜੇ ਆਪਾਂ ਬੁੱਧ ਧਰਮ ਦੀ ਗੱਲ ਕਰੀਏ, ਠੀਕ ਹੈ, ਜੇ ਆਪਾਂ ਬੁੱਧ ਧਰਮ ਦੀ ਗੱਲ ਕਰੀਏ ਤਾਂ ਬੁੱਧ ਧਰਮ ਦੇ ਜਿੰਨੇ ਵੀ ਗ੍ਰੰਥ ਨੇ ਉਹ ਮੌਰੀਅਨਸ ਨੂੰ ਛਤਰੀਏ ਕਹਿੰਦੇ ਆ। ਠੀਕ ਹੈ ਨਾ। ਮੌਰੀਅਨਸ ਨੂੰ ਉਹ ਛਤਰੀਏ ਕਹਿੰਦੇ ਆ, ਉਹ ਵੀ ਸਾਕਿਆ ਵੰਸ਼ ਦੇ। ਕਿਹੜੇ ਵੰਸ਼ ਦੇ? ਸਾਕਿਆ ਵੰਸ਼ ਦੇ ਛਤਰੀਏ ਕਹਿੰਦੇ ਆ। ਤੇ ਜਿਹੜੇ ਮੌਰੀਅਨਸ ਨੇ ਇਹਨਾਂ ਨੂੰ ਡਾਇਰੈਕਟਲੀ ਉਹ ਗੌਤਮ ਬੁੱਧ ਦੇ ਨਾਲ ਰਿਲੇਟ ਕਰਦੇ ਆ ਕਿ ਗੌਤਮ ਬੁੱਧ ਦੇ ਵੰਸ਼ ਦੇ ਵਿੱਚੋਂ ਹੀ ਸੀਗੇ ਜਿਹੜੇ ਮੌਰਿਆ ਸੀ। ਠੀਕ ਹੈ। ਜੇ ਆਪਾਂ ਇੱਕ ਰਾਜਾ ਸੀਗਾ ਬਈ ਰੁਦਰ ਦਮਨ, ਇਹਦੇ ਬਾਰੇ ਅੱਗੇ ਪੜਾਂਗੇ ਆਪਾਂ। ਜੂਨਾਗੜ੍ਹ ਕਿੱਥੇ ਹੈ? ਗੁਜਰਾਤ ਦੇ ਵਿੱਚ ਹੈ ਨਾ। ਜੂਨਾਗੜ੍ਹ ਦੇ ਵਿੱਚੋਂ ਇੱਕ ਸ਼ਿਲਾਲੇਖ ਮਿਲਿਆ ਰਾਜਾ ਰੁਦਰ ਦਮਨ ਦਾ। ਉਹਦੇ ਵਿੱਚ ਜਿਹੜੇ ਮੌਰਿਆ ਸੀਗੇ ਇਹਨਾਂ ਨੂੰ ਵੈਸ਼ਯ ਕਿਹਾ ਗਿਆ। ਠੀਕ ਹੈ ਜੀ। ਤੇ ਜਿਹੜੇ ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਨੇ ਪੁਰਾਣ, ਇਹਨਾਂ ਦੇ ਵਿੱਚ ਮੌਰੀਅਸ ਦੀ ਉਤਪਤੀ ਸ਼ੂਦਰਾਂ ਤੋਂ ਮੰਨੀ ਗਈ ਹੈ ਕਿ ਇਹ ਸ਼ੂਦਰ ਸੀਗੇ। ਠੀਕ ਹੈ। ਤਾਂ ਇਹ ਤਿੰਨ ਅਲੱਗ-ਅਲੱਗ ਗ੍ਰੰਥ ਨੇ ਜਾਂ ਅਲੱਗ-ਅਲੱਗ ਤੁਸੀਂ ਕਹਿ ਸਕਦੇ ਹੋ ਹਿਸਟੋਰੀਕਲ ਫੈਕਟ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਟਾਈਮ ਵੀ ਇਹਨਾਂ ਨੂੰ ਕਲੀਅਰ ਨਹੀਂ ਸੀਗਾ ਵੀ ਕੋਈ ਇਹਨਾਂ ਨੂੰ ਛਤਰੀਏ ਕਹਿ ਰਿਹਾ, ਕੋਈ ਵੈਸ਼ਯ ਤੇ ਕੋਈ ਸ਼ੂਦਰ ਇਹਨਾਂ ਨੂੰ ਕਹਿ ਰਿਹਾ। ਠੀਕ ਹੈ ਜੀ। ਇਸ ਤੋਂ ਇਲਾਵਾ ਇੱਕ ਪੁਰਾਣੀ ਬੁੱਕ ਹੈ ਮੁਦਰਾ ਰਾਖਸ਼ਸ। ਠੀਕ ਹੈ। ਕਿਹਦੀ ਲਿਖੀ ਹੋਈ ਹੈ? ਵਿਸਾਖਾ ਦੱਤ ਦੀ। ਠੀਕ ਹੈ। ਇਹਦੇ ਤੋਂ ਪਤਾ ਲੱਗਦਾ ਹੈ ਕਿ ਇਹ ਕੌਣ ਸੀਗੇ ਬਈ। ਇਹਨਾਂ ਨੂੰ ਵਿਰਸ਼ਲ ਕਿਹਾ ਗਿਆ। ਵਿਰਸ਼ਲ ਦਾ ਮਤਲਬ ਹੁੰਦਾ ਹੈ ਨੀਚੀ ਜਾਤ ਕਿਹਾ ਜਾਂਦਾ ਹੈ। ਠੀਕ ਹੈ ਜੀ। ਯਾਨੀ ਇਹਨਾਂ ਨੂੰ ਨੀਚੀ ਜਾਤ ਦਾ ਮੰਨਿਆ ਗਿਆ ਹੈ ਮੁਦਰਾ ਰਾਖਸ਼ਸ ਬੁੱਕ ਦੇ ਵਿੱਚ। ਠੀਕ ਹੈ। ਤੇ ਕੁਲਹੀਣ ਵੀ ਕਿਹਾ ਗਿਆ। ਕੁਲਹੀਣ ਦਾ ਮਤਲਬ ਹੈ ਜਿਹਦਾ ਕੋਈ ਕੁਲ ਨਾ ਹੋਵੇ। ਠੀਕ ਹੈ ਨਾ। ਤਾਂ ਯਾਨੀ ਕਿ ਅਤੇ ਇਹਨਾਂ ਨੂੰ ਫਿਰ ਨੰਦ ਵੰਸ਼ ਨਾਲ ਜੋੜਿਆ ਗਿਆ ਕਿਉਂਕਿ ਨੰਦ ਵੰਸ਼ ਵਾਲੇ ਵੀ ਕੌਣ ਸੀਗੇ? ਨੰਦ ਵੰਸ਼ ਵਾਲੇ ਵੀ ਪਹਿਲੇ ਗੈਰ ਛਤਰੀਏ ਰਾਜਾ ਸੀਗੇ। ਉਹ ਵੀ ਗੈਰ ਛਤਰੀਏ ਸੀਗੇ, ਯਾਨੀ ਕਿ ਮੌਰਿਆ ਸੀਗੇ, ਇਹ ਵੀ ਛਤਰੀਏ ਨਹੀਂ। ਠੀਕ ਹੈ ਨਾ। ਇਹ ਕਿਹਦੀ ਬੁੱਕ ਹੈ? ਵਿਸਾਖਾ ਦੱਤ ਦੀ ਬੁੱਕ ਹੈ ਮੁਦਰਾ ਰਾਖਸ਼ਸ। ਇਹ ਵੀ ਯਾਦ ਰੱਖਣਾ ਹੈ। ਠੀਕ ਹੈ। ਇਹ ਡਾਇਰੈਕਟਲੀ ਕੁਐਸਚਨ ਹੈ ਜਿਹੜੇ ਪੁੱਛੇ ਜਾਂਦੇ ਆ। ਠੀਕ ਹੈ। ਕਹਿਣ ਦਾ ਮਤਲਬ ਹੈ ਬਈ ਇਹਨਾਂ ਦੀ ਉਤਪਤੀ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਠੀਕ ਹੈ। ਅਲੱਗ-ਅਲੱਗ ਹਿਸਟੋਰੀਅਨਸ ਨੇ। ਹੁਣ ਜੇ ਆਪਾਂ ਮਾਡਰਨ ਟਾਈਮ ਦੀ ਗੱਲ ਕਰੀਏ, ਰੋਮੀਲਾ ਥਾਪਰ ਹੈ ਜਿਹੜੀ, ਹਨਾ, ਬਹੁਤ ਜਾਣੀ ਮਾਣੀ ਹਿਸਟੋਰੀਅਨਸ ਹੈ, ਉਹਦੇ ਅਨੁਸਾਰ ਇਹ ਜਿਹੜੇ ਮੌਰਿਆ ਸੀਗੇ ਉਹ ਵੈਸ਼ਯ ਸੀਗੇ। ਠੀਕ ਹੈ। ਤਾਂ ਅਲੱਗ-ਅਲੱਗ ਹਿਸਟੋਰੀਅਨਸ ਦੇ ਅਲੱਗ-ਅਲੱਗ ਦਾਅਵੇ ਨੇ। ਠੀਕ ਹੈ ਨਾ। ਹੁੰਦਾ ਕੀ ਹੈ, ਜਿਹੜਾ ਚਾਣਕਿਆ ਸੀਗਾ, ਹਨਾ, ਚਾਣਕਿਆ ਦੀ ਧਨਾਧਨ ਦੇ ਨਾਲ ਕੋਈ ਆਪਸੀ ਲੜਾਈ ਹੁੰਦੀ ਹੈ, ਕੋਈ ਝਗੜਾ ਹੁੰਦਾ ਹੈ। ਠੀਕ ਹੈ ਨਾ।
ਤੇ ਉਹ ਧਨਾਨੰਦ ਨੂੰ ਕਹਿੰਦਾ ਹੈ ਕਿ ਤੂੰ ਇਸ ਗੱਦੀ ਦੇ ਲਾਇਕ ਹੈਗਾ ਹੀ ਨਹੀਂ, ਠੀਕ ਹੈ ਨਾ। ਤਾਂ ਚਾਣਕਿਆ ਕੀ ਕਰਦਾ, ਚਾਣਕਿਆ ਇੱਕ ਬੱਚੇ ਨੂੰ ਤਿਆਰ ਕਰਦਾ ਹੈ, ਚੰਦਰਗੁਪਤ ਮੌਰਿਆ ਉਹਦਾ ਨਾਮ ਹੁੰਦਾ ਹੈ, ਉਹਨੂੰ ਤਿਆਰ ਕਰਦਾ ਹੈ ਰਾਜਾ ਬਣਨ ਵਾਸਤੇ, ਠੀਕ ਹੈ। ਤੇ ਫਿਰ ਚੰਦਰਗੁਪਤ ਮੌਰਿਆ ਹੀ ਬਾਅਦ ਦੇ ਵਿੱਚ ਮਗਧ ਦਾ ਰਾਜਾ ਬਣਦਾ ਹੈ, ਠੀਕ ਹੈ। ਤੇ ਉਹ ਬੱਚਾ ਕਿਹੜੇ ਵੰਸ਼ ਦਾ ਸੀਗਾ, ਕਿਹੜੇ ਵਰਣ ਦੇ ਨਾਲ ਸੰਬੰਧਿਤ ਸੀ, ਕਿਹੜੀ ਜਾਤੀ ਦਾ ਸੀਗਾ, ਉਹ ਕਿਸੇ ਨੂੰ ਨਹੀਂ ਪਤਾ, ਠੀਕ ਹੈ ਨਾ। ਤਾਂ ਇਹ ਅਲੱਗ-ਅਲੱਗ ਹਿਸਟੋਰੀਅਨਸ ਦੇ ਅਲੱਗ-ਅਲੱਗ ਆਪਣੇ-ਆਪਣੇ ਦਾਅਵੇ ਨੇ, ਠੀਕ ਹੈ ਨਾ। ਆਪਣੇ ਐਗਜ਼ਾਮ ਪੁਆਇੰਟ ਆਫ View ਤੋਂ ਇਹ 4 ਪੁਆਇੰਟ ਆ ਜਿਹੜੇ ਇਹ ਯਾਦ ਰੱਖਣੇ ਆ ਕਿ ਬੁੱਧ ਧਰਮ ਅਨੁਸਾਰ ਜਿਹੜੇ ਮੌਰਿਆ ਸੀਗੇ ਉਹ ਛਤਰੀਏ ਸਨ, ਠੀਕ ਹੈ ਜੀ। ਇੱਕ ਤਾਂ ਇਹ ਪੁਆਇੰਟ ਯਾਦ ਰੱਖਣਾ ਹੈ। ਤੇ ਰਾਜਾ ਰੁਦਰ ਦਮਨ ਦੇ ਜੂਨਾਗੜ੍ਹ ਅਭਿਲੇਖ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਵੈਸੇ ਸੀਗੇ, ਤੇ ਪੁਰਾਣਾਂ ਦੇ ਵਿੱਚ ਇਹਨਾਂ ਨੂੰ ਸ਼ੂਦਰ ਕਿਹਾ ਗਿਆ। ਤੇ ਮੁਦਰਾ ਰਾਖਸਸ ਬੁੱਕ ਹੈ ਜਿਹੜੀ ਵਿਸਾਖਾ ਦੱਤ ਦੀ ਲਿਖੀ ਹੋਈ, ਉਹਦੇ ਵਿੱਚ ਇਹਨਾਂ ਨੂੰ ਵੀ ਸ਼ੂਦਰ ਹੀ ਸਮਝੋ, ਸ਼ੂਦਰ ਹੀ ਕਿਹਾ ਗਿਆ ਹੈ, ਠੀਕ ਹੈ ਨਾ। ਵ੍ਰਿਸ਼ਲ ਜਾਂ ਕੁਲਹੀਣ ਇਹਨਾਂ ਨੂੰ ਕਿਹਾ ਗਿਆ ਤੇ ਨੰਦ ਵੰਸ਼ ਦੇ ਨਾਲ ਇਹਨਾਂ ਨੂੰ ਜੋੜਿਆ ਹੋਇਆ, ਠੀਕ ਹੈ ਨਾ। ਇਹ 4 ਪੁਆਇੰਟ ਹੈ ਆਪਣੇ ਐਗਜ਼ਾਮ ਪੁਆਇੰਟ ਆਫ View ਤੋਂ ਆਪਾਂ ਨੇ ਬਸ ਇਹੀ ਯਾਦ ਰੱਖਣੇ ਆ, ਠੀਕ ਹੈ ਨਾ। ਬਾਕੀ ਜੇ ਇਸ ਵੰਸ਼ ਦੀ ਗੱਲ ਕਰੀਏ, ਪਹਿਲਾ ਰਾਜਾ ਇਹਨਾਂ ਦਾ ਕੌਣ ਸੀਗਾ, ਚੰਦਰਗੁਪਤ ਮੌਰਿਆ, ਠੀਕ ਹੈ। ਚੰਦਰਗੁਪਤ ਮੌਰਿਆ ਦਾ ਟਾਈਮ ਪੀਰੀਅਡ ਇਹ ਲਿਖਿਆ ਹੋਇਆ, ਯਾਦ ਕਰਨ ਨਾ ਬਹਿ ਜਿਓ, ਕੋਈ ਲੋੜ ਨਹੀਂ ਹੈਗੀ ਯਾਦ ਕਰਨ ਦੀ, ਠੀਕ ਹੈ। ਬਾਕੀ ਚੰਦਰਗੁਪਤ ਮੌਰਿਆ ਦੀ ਮੈਂ ਤੁਹਾਨੂੰ ਸਟੋਰੀ ਦੱਸੀ ਹੈ ਕਿ ਉਹ ਚਾਣਕਿਆ ਦੀ ਮਦਦ ਦੇ ਨਾਲ ਉਹ ਰਾਜਾ ਬਣਿਆ, ਠੀਕ ਹੈ ਨਾ। ਤੇ ਧਨਾਨੰਦ ਜਿਹੜਾ ਸੀਗਾ ਵੀ ਨੰਦ ਵੰਸ਼ ਦਾ ਆਖਰੀ ਰਾਜਾ, ਉਸ ਨੂੰ ਉਹ ਮਾਰ ਦਿੰਦਾ। ਚੰਦਰਗੁਪਤ ਮੌਰਿਆ ਪਹਿਲਾਂ ਪੰਜਾਬ ਵਾਲੇ ਇਲਾਕੇ ਨੂੰ ਯੂਨਾਨੀਆਂ ਤੋਂ ਫਰੀ ਕਰਦਾ ਹੈ, ਉਸ ਤੋਂ ਬਾਅਦ ਫਿਰ ਆਪਣੀ ਸੈਨਾ ਵਗੈਰਾ ਇਕੱਠੀ ਕਰਕੇ ਉਹ ਮਗਧ ਦੇ ਉੱਤੇ ਹਮਲਾ ਕਰਦਾ ਹੈ, ਠੀਕ ਹੈ ਨਾ। ਤਾਂ 1-2 ਹਮਲੇ ਤੋਂ ਬਾਅਦ ਉਹਨਾਂ ਨੂੰ ਮਤਲਬ ਜਿਹੜੀ ਕਾਮਯਾਬੀ ਹੈ ਉਹ ਮਿਲ ਜਾਂਦੀ ਹੈ ਤੇ ਫਿਰ ਉਹ ਮਗਧ ਦਾ ਰਾਜਾ ਬਣ ਜਾਂਦਾ ਹੈ, ਠੀਕ ਹੈ। ਚੰਦਰਗੁਪਤ ਮੌਰਿਆ ਦੇ ਟਾਈਮ ਤੇ ਪਹਿਲੀ ਵਾਰ ਪੂਰਾ ਉੱਤਰ ਭਾਰਤ ਹੈ ਜਿਹੜਾ ਉਹ ਇੱਕ ਹੋਇਆ, ਠੀਕ ਹੈ ਨਾ। ਕਿਉਂਕਿ ਉਸ ਤੋਂ ਪਹਿਲਾਂ ਮਗਧ ਹੈ ਜਿਹੜਾ, ਮਗਧ ਦਾ ਵਿਸਤਾਰ ਸਿਰਫ ਜਮਨਾ ਨਦੀ ਜਾਂ ਫਿਰ ਇਹ ਜਿਹੜਾ ਪੰਜਾਬ ਵਾਲਾ ਜਿਵੇਂ ਮਤਲਬ ਸਤਲੁਜ ਨਦੀ ਹੈ ਨਾ, ਇਹਦੇ ਤੱਕ ਹੀ ਸੀਗਾ, ਉਸ ਤੋਂ ਅੱਗੇ ਨਹੀਂ ਸੀਗਾ ਬਈ। ਜਿਹੜਾ ਅਫਗਾਨਿਸਤਾਨ ਹੈ, ਜਿਹੜਾ ਪਾਕਿਸਤਾਨ ਵਾਲੀ ਬੈਲਟ ਹੈ, ਉੱਥੇ ਮਗਧ ਨਹੀਂ ਸੀਗਾ। ਬਟ ਚੰਦਰਗੁਪਤ ਮੌਰਿਆ ਪਹਿਲੇ ਇਹ ਵਾਲੇ ਇਲਾਕੇ ਤੇ ਕਬਜ਼ਾ ਕਰਦਾ ਹੈ, ਪੰਜਾਬ ਵਾਲੀ ਬੈਲਟ ਤੇ, ਉਸ ਤੋਂ ਬਾਅਦ ਫਿਰ ਪੂਰੇ ਮਗਧ ਦੇ ਉੱਤੇ ਕਬਜ਼ਾ ਕਰਦਾ ਹੈ। ਉਸ ਤੋਂ ਬਾਅਦ ਫਿਰ ਜਦੋਂ ਜਿਹੜੇ ਹੋਰ ਯੂਨਾਨੀ ਸੀਗੇ ਪਾਕਿਸਤਾਨ ਤੇ ਅਫਗਾਨਿਸਤਾਨ ਵਾਲੀ ਬੈਲਟ ਦੇ ਵਿੱਚ, ਉਹਨਾਂ ਨੂੰ ਵੀ ਉਹ ਬਾਹਰ ਕੱਢਦਾ ਹੈ, ਠੀਕ ਹੈ ਨਾ। ਤਾਂ ਯਾਨੀ ਕਿ ਕਹਿਣ ਦਾ ਮਤਲਬ ਪੂਰੇ ਦੇ ਪੂਰੇ ਉੱਤਰ ਭਾਰਤ ਤੇ ਪਹਿਲੀ ਵਾਰ ਕਿਸੇ ਇੱਕ ਰਾਜੇ ਦਾ ਰੂਲ ਹੁੰਦਾ ਹੈ ਤੇ ਉਹ ਸੀਗਾ ਬਈ ਚੰਦਰਗੁਪਤ ਮੌਰਿਆ, ਠੀਕ ਹੈ ਨਾ। ਤੇ ਹੁਣ ਹੁੰਦਾ ਕੀ ਹੈ, ਜਿਹੜੇ ਯੂਨਾਨੀ ਸੀਗੇ ਜਿਨ੍ਹਾਂ ਨੇ ਪਾਕਿਸਤਾਨ ਤੇ ਅਫਗਾਨਿਸਤਾਨ ਵਾਲੀ ਬੈਲਟ ਹੈ ਜਿਹੜੀ ਉੱਥੇ ਕਬਜ਼ਾ ਕਰਿਆ ਹੋਇਆ ਸੀਗਾ, ਸੈਲੂਕਸ ਨਿਕੇਟਰ ਸਿਕੰਦਰ ਦਾ ਜਿਹੜਾ ਸੈਨਾਪਤੀ ਸੀਗਾ ਹਨਾ, ਉਹ ਸੋਚਦੇ ਆ ਵੀ ਚਲੋ ਹੁਣ ਸਿਕੰਦਰ ਤਾਂ ਰਿਹਾ ਨਹੀਂ, ਠੀਕ ਹੈ ਨਾ। ਉਹ ਸੋਚਦੇ ਆ ਵੀ ਚਲੋ ਹੁਣ ਆਪਣੇ ਕੋਲ ਸੈਨਾ ਹੈਗੀ ਆ, ਉਹ ਸੋਚਦੇ ਆ ਵੀ ਚਲੋ ਆਪਾਂ ਮਗਧ ਦੇ ਉੱਤੇ ਅਟੈਕ ਕਰਦੇ ਆ। ਪਰ ਮਗਧ ਦੇ ਉੱਤੇ ਰਾਜ ਕਿਹਦਾ ਸੀਗਾ ਵੀ ਚੰਦਰਗੁਪਤ ਮੌਰਿਆ ਦਾ। ਦੋਹਾਂ ਦੇ ਵਿੱਚ 305 BC ਦੇ ਵਿੱਚ ਯੁੱਧ ਹੁੰਦਾ ਹੈ ਤੇ ਚੰਦਰਗੁਪਤ ਮੌਰਿਆ ਉਹਨੂੰ ਬਹੁਤ ਬੁਰੀ ਤਰ੍ਹਾਂ ਹਰਾਉਂਦਾ ਹੈ ਤੇ ਬਾਕੀ ਜਿਹੜੇ ਵੀ ਇਲਾਕੇ ਸੀਗੇ ਸਾਰੇ ਦੇ ਸਾਰੇ ਉਹ ਦੁਬਾਰੇ ਚੰਦਰਗੁਪਤ ਮੌਰਿਆ ਕੋਲ ਆ ਜਾਂਦੇ ਆ, ਠੀਕ ਹੈ ਨਾ। ਮਤਲਬ ਉਹ ਇੰਡੀਆ ਦੇ ਇਲਾਕੇ ਜਿਹੜੇ ਯੂਨਾਨੀਆਂ ਨੇ ਜਿੱਤੇ ਸੀ ਉਹ ਦੁਬਾਰਾ ਇੰਡੀਆ ਦੇ ਵਿੱਚ ਸ਼ਾਮਿਲ ਹੋ ਜਾਂਦੇ ਆ, ਜਿਵੇਂ ਹਰਾਤ ਹੋ ਗਿਆ, ਕੰਧਾਰ ਹੋ ਗਿਆ, ਬਲੂਚਿਸਤਾਨ ਤੇ ਕਾਬੁਲ, ਠੀਕ ਹੈ ਨਾ। ਇਹ 4 ਸਟੇਟਾਂ ਸੀਗੀਆਂ ਜਿਹੜੀ ਯੂਨਾਨੀਆਂ ਕੋਲ ਸੀ, ਇਹ ਵਾਪਸ ਚੰਦਰਗੁਪਤ ਮੌਰਿਆ ਜਿਹੜਾ ਇਹਨਾਂ ਨੂੰ ਵਾਪਸ ਲੈ ਲੈਂਦਾ ਹੈ, ਠੀਕ ਹੈ ਨਾ। ਤੇ ਸੈਲੂਕਸ ਨਿਕੇਟਰ ਨੂੰ ਇੰਨੀ ਬੁਰੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਨੂੰ ਆਪਣੀ ਜਿਹੜੀ ਕੁੜੀ ਹੈ ਉਹ ਵੀ ਚੰਦਰਗੁਪਤ ਮੌਰਿਆ ਨੂੰ ਦੇਣੀ ਪੈਂਦੀ ਹੈ, ਠੀਕ ਹੈ ਨਾ। ਤਾਂ ਚੰਦਰਗੁਪਤ ਮੌਰਿਆ ਜਿਹੜਾ ਸੈਲੂਕਸ ਨਿਕੇਟਰ ਦੀ ਪੁੱਤਰੀ ਹੈ ਹੈਲੇਨਾ, ਕਿਸੇ ਬੁੱਕ 'ਚ ਤੁਹਾਨੂੰ ਇਹ ਚੈਲੇਨਾ ਵੀ ਲਿਖਿਆ ਮਿਲੂਗਾ, ਠੀਕ ਹੈ ਨਾ, ਚੈਲੇਨਾ ਜਾਂ ਕਾਰਲੇਨਾ, ਠੀਕ ਹੈ ਨਾ। ਤਾਂ ਇੱਕ ਹੀ ਮਤਲਬ ਹੈ ਕਾਰਲੇਨਾ, ਹੈਲੇਨਾ ਜਾਂ ਚੈਲੇਨਾ, ਠੀਕ ਹੈ ਨਾ। ਤਾਂ ਉਹਦੇ ਨਾਲ ਚੰਦਰਗੁਪਤ ਮੌਰਿਆ ਦਾ ਵਿਆਹ ਹੁੰਦਾ ਹੈ ਤੇ ਇਸ ਤੋਂ ਇਲਾਵਾ 500 ਜਿਹੜੇ ਹਾਥੀ ਹੈ ਉਹ ਵੀ ਚੰਦਰਗੁਪਤ ਮੌਰਿਆ ਨੂੰ ਦਿੱਤੇ ਜਾਂਦੇ ਆ ਸੈਲੂਕਸ ਨਿਕੇਟਰ ਦੇ ਦੁਆਰਾ, ਠੀਕ ਹੈ ਨਾ। ਤਾਂ ਚਾਣਕਿਆ ਅਤੇ ਚੰਦਰਗੁਪਤ ਮੌਰਿਆ ਦੋਹਾਂ ਦਾ ਜਿਹੜਾ ਮਿਸ਼ਨ ਸੀਗਾ ਕਿ ਇੱਕ ਆਪਣਾ ਜਿਹੜਾ ਬਾਰਡਰ ਹੈ ਉਹਨੂੰ ਵੀ ਸਿਕਿਉਰ ਕਰਨਾ ਤੇ ਜਿਹੜਾ ਆਪਣਾ ਭਾਰਤ ਹੈ ਉਹਨੂੰ ਵੀ ਅਖੰਡ ਕਰਨਾ, ਤਾਂ ਉਹ ਸੁਪਨਾ ਇਹਨਾਂ ਦਾ ਪੂਰਾ ਹੁੰਦਾ ਹੈ। ਪੂਰਾ ਦਾ ਪੂਰਾ ਉੱਤਰ ਭਾਰਤ ਜਿਹੜਾ ਉਹ ਯੂਨਿਟੀ ਦੇ ਵਿੱਚ ਆਉਂਦਾ ਹੈ ਤੇ ਹੁਣ ਜਿਹੜੀ ਹਿੰਦੂ ਕੁਸ਼ ਦੀ ਪਹਾੜੀਆਂ ਉਹ ਆਪਣਾ ਬਾਰਡਰ ਬਣ ਜਾਂਦੀ ਹੈ, ਠੀਕ ਹੈ ਨਾ। ਹਿੰਦੂ ਕੁਸ਼ ਦੀ ਜਿਹੜੀ ਪਹਾੜੀਆਂ ਨੇ ਅਫਗਾਨਿਸਤਾਨ ਦੇ ਬਾਰਡਰ ਦੇ ਇਲਾਕੇ ਦੇ ਵਿੱਚ, ਉਸ ਤੋਂ ਪਰੇ ਹੁਣ ਯੂਨਾਨੀ ਰਹਿਣਗੇ, ਉਸ ਤੋਂ ਇੱਧਰ ਹੈ ਜਿਹੜਾ ਉਹ ਇੰਡੀਆ ਸਟਾਰਟ ਹੋਊਗਾ। ਦੋਹਾਂ ਰਾਜਾਂ ਦੇ ਵਿਚਕਾਰ ਜਿਹੜੀ ਹਿੰਦੂ ਕੁਸ਼ ਦੀ ਪਹਾੜੀਆਂ ਨੇ ਉਹ ਬਾਰਡਰ ਬਣ ਜਾਂਦੀਆਂ ਨੇ, ਇਹ ਯਾਦ ਰੱਖਣਾ ਹੈ, ਠੀਕ ਹੈ ਨਾ। ਹੁਣ ਯੂਨਾਨੀ ਤੇ ਮਗਧ ਵਾਲੇ ਹੁਣ ਦੋਹੇ ਰਿਸ਼ਤੇਦਾਰ ਹੋ ਗਏ, ਠੀਕ ਹੈ ਜੀ। ਤੇ ਯੂਨਾਨੀਆਂ ਦਾ ਕੀ ਹੈ, ਇੱਕ ਤਾਂ ਕਲਚਰ ਵੀ ਲੱਗ ਗਿਆ, ਉਹਨਾਂ ਦਾ ਰਿਲੀਜਨ ਵੀ ਲੱਗ ਗਿਆ, ਲੈਂਗੁਏਜ ਸਾਰਾ ਕੁਝ ਅਲੱਗ ਹੈ, ਸਾਰਾ ਕੁਝ ਡਿਫਰੈਂਟ ਹੈ ਆਪਣੇ ਤੋਂ, ਠੀਕ ਹੈ ਨਾ। ਤੇ ਜਦੋਂ ਵਿਆਹ ਹੋਊਗਾ, ਵਿਆਹ ਤੋਂ ਬਾਅਦ ਫਿਰ ਕੀ ਹੈ, ਯੂਨਾਨੀਆਂ ਦਾ ਇੱਕ ਰਾਜਦੂਤ ਸੁਪਰ ਇੰਪੋਰਟੈਂਟ ਹੈ ਬਈ, ਮੈਗਾਸਥਨੀਜ਼, ਠੀਕ ਹੈ ਨਾ। ਯੂਨਾਨੀਆਂ ਦਾ ਇੱਕ ਰਾਜਦੂਤ ਹੈ ਮੈਗਾਸਥਨੀਜ਼, ਉਹ ਚੰਦਰਗੁਪਤ ਮੌਰਿਆ ਦੇ ਦਰਬਾਰ ਦੇ ਵਿੱਚ ਆਉਂਦਾ ਹੈ ਤੇ ਇੱਥੇ ਹੀ ਉਹ ਰਹਿੰਦਾ ਹੈ, ਠੀਕ ਹੈ ਨਾ। ਇੱਥੇ ਉਹ ਕੀ ਸਮਰਾਜ ਕਿੱਦਾਂ ਚੱਲਦਾ ਹੈ ਉਹ ਸਾਰਾ ਕੁਝ ਓਬਜ਼ਰਵ ਕਰਦਾ ਹੈ ਤੇ ਆਪਣੀ ਇੱਕ ਬੁੱਕ ਲਿਖਦਾ ਹੈ। ਬੁੱਕ ਦਾ ਨਾਮ ਹੈ ਇੰਡੀਕਾ। ਇਹ ਕਾਫੀ ਵਾਰ ਹੈ ਜਿਹੜੀ ਪੇਪਰਾਂ ਦੇ ਵਿੱਚ ਪੁੱਛੀ ਜਾਂਦੀ ਹੈ। ਅਜਿਹਾ ਕੋਈ ਐਗਜ਼ਾਮ ਨਹੀਂ ਜਿਹਦੇ 'ਚ ਨਾ ਪੁੱਛੀ ਗਈ ਹੋਵੇ ਕਿ ਇੰਡੀਕਾ ਬੁੱਕ ਕਿਹਨੇ ਲਿਖੀ ਹੈ, ਮੈਗਾਸਥਨੀਜ਼ ਨੇ ਲਿਖੀ ਹੈ, ਠੀਕ ਹੈ ਨਾ। ਤਾਂ ਇਹ ਯਾਦ ਰੱਖਣਾ ਹੈ। ਤਾਂ ਇਹ ਚੰਦਰਗੁਪਤ ਮੌਰਿਆ ਸੀਗਾ ਬਈ, ਠੀਕ ਹੈ ਜੀ। ਬਾਕੀ ਚੰਦਰਗੁਪਤ ਮੌਰਿਆ ਦੇ ਬਾਰੇ ਇਹ ਤੁਸੀਂ ਦੇਖ ਸਕਦੇ ਹੋ, ਇਹ ਮਗਧ ਸਾਮਰਾਜ ਦਾ ਵਿਸਤਾਰ ਹੈ। ਹੁਣ ਕਿੱਥੇ ਤੱਕ ਹੋ ਗਿਆ ਇਹ, ਇੱਥੇ ਹਿੰਦੂ ਕੁਸ਼ ਦੀ ਪਹਾੜੀਆਂ ਨੇ
ਠੀਕ ਹੈ ਨਾ। ਹਿੰਦੂ ਕੁਸ਼ ਦੀ ਪਹਾੜੀਆਂ ਤੱਕ ਮਗਧ ਸਮਰਾਜ ਜਿਹੜਾ ਉਹ ਪਹੁੰਚ ਗਿਆ। ਇਸ ਤੋਂ ਅੱਗੇ ਗ੍ਰੀਕ ਯਾਨੀ ਯੂਨਾਨ ਜਿਹੜੇ ਸਿਕੰਦਰ ਦੇ ਸੀਗੇ ਹਨਾ ਬੰਦੇ, ਉਹਨਾਂ ਦਾ ਰਾਜ ਹੁੰਦਾ ਹੈ, ਠੀਕ ਹੈ, ਯੂਨਾਨ ਵਾਲਿਆਂ ਦਾ। ਤੇ ਯੂਨਾਨ ਵਾਲਿਆਂ ਤੇ ਮਗਧ ਵਾਲਿਆਂ ਦੇ ਵਿਚਕਾਰ ਹੁਣ ਹਿੰਦੂ ਕੁਸ਼ ਦੀ ਜਿਹੜੀ ਪਹਾੜੀਆਂ ਨੇ ਉਹ ਬਾਰਡਰ ਬਣ ਜਾਂਦੀਆਂ ਨੇ, ਤੇ ਇੰਡੀਆ ਜਿਹੜਾ ਪੂਰਾ ਉੱਤਰ ਭਾਰਤ ਹੈ ਪਹਿਲੀ ਵਾਰ ਇਕੱਠਾ ਹੋ ਜਾਂਦਾ ਹੈ, ਠੀਕ ਹੈ ਨਾ। ਉੱਪਰ ਸਾਰਾ ਹਿਮਾਲਿਆ ਹੋ ਗਿਆ ਇਹ, ਠੀਕ ਹੈ ਜੀ। ਤਾਂ ਇਹ ਯਾਦ ਰੱਖਣਾ ਹੈ। ਤੇ ਇਹ ਉਹ 4 ਸਟੇਟਾਂ ਨੇ, ਠੀਕ ਹੈ। ਇਹ ਗ੍ਰੀਕ ਦੇ ਨਾਂ ਨੇ ਇਹਨਾਂ ਦੇ, ਇਹ ਫਾਲਤੂ ਯਾਦ ਰੱਖਣ ਦੀ ਲੋੜ ਨਹੀਂ। ਜਿਹੜੇ ਆਪਾਂ ਨੇ ਪੰਜਾਬੀ ਦੇ ਵਿੱਚ ਪੜ੍ਹਿਆ ਹੈਰਾਤ, ਕੰਧਾਰ, ਬਲੂਚਿਸਤਾਨ, ਕਾਬੁਲ ਵਾਲਾ, ਉਹੀ 4 ਨਾਮ ਹੈ ਜਿਹੜੇ ਤੁਸੀਂ ਯਾਦ ਰੱਖਣੇ ਆ, ਠੀਕ ਹੈ। ਚੰਦਰਗੁਪਤ ਮੌर्य ਕੀ ਹੈ? ਚੰਦਰਗੁਪਤ ਮੌर्य ਬਾਰੇ 1-2 ਪੁਆਇੰਟ ਹੋਰ ਦੇਖ ਲਓ। ਜਿਵੇਂ ਆਪਣੇ ਅੰਤਿਮ ਦਿਨਾਂ ਦੇ ਵਿੱਚ ਚੰਦਰਗੁਪਤ ਮੌर्य ਕੀ ਹੈ? ਇੱਕ ਜੈਨ ਸਾਧੂ ਹੁੰਦਾ ਹੈ ਭੱਦਰਬਾਹੂ, ਉਹਦੇ ਨਾਲ ਮਿਲਦਾ ਹੈ, ਠੀਕ ਹੈ। ਤੇ ਹੁਣ ਚੰਦਰਗੁਪਤ ਮੌर्य ਨੇ ਸਾਰੀ ਜ਼ਿੰਦਗੀ ਯੁੱਧ ਹੀ ਲੜੇ ਆ ਵਿਚਾਰੇ ਨੇ, ਹਨਾ। ਤੇ ਆਪ ਆਪਣੇ ਆਖਰੀ ਦਿਨਾਂ ਦੇ ਵਿੱਚ ਫਿਰ ਉਹ ਕੀ ਕਰਦਾ ਹੈ, ਜੈਨ ਧਰਮ ਦਾ ਭੱਦਰਬਾਹੂ ਹੁੰਦਾ ਹੈ ਸੰਤ, ਹਨਾ, ਉਹਦੇ ਨਾਲ ਫਿਰ ਉਹ ਕਰਨਾਟਕਾ ਦੇ ਸ਼ਰਵਣ ਬੇਲਗੋਲਾ ਦੇ ਵਿੱਚ ਚਲੇ ਜਾਂਦਾ ਹੈ ਤੇ ਜੈਨ ਧਰਮ ਦੀ ਦੀਕਸ਼ਾ ਹੈ ਜਿਹੜੀ ਉਹ ਲੈ ਲੈਂਦਾ, ਹਨਾ। ਯਾਨੀ ਕਿ ਉਹ ਜੈਨ ਧਰਮ ਵਿੱਚ ਸ਼ਾਮਿਲ ਹੋ ਜਾਂਦਾ ਤੇ ਆਪਣਾ ਸਾਰਾ ਰਾਜ ਪਾਠ ਹੈ ਜਿਹੜਾ ਉਹ ਛੋੜ ਦਿੰਦਾ, ਠੀਕ ਹੈ ਨਾ। ਕਿਉਂਕਿ ਜੈਨ ਧਰਮ ਆਪਾਂ ਨੇ ਪੜ੍ਹ ਲਿਆ, ਜੈਨ ਧਰਮ ਦੇ ਵਿੱਚ ਇੱਕ ਉਹਨਾਂ ਦਾ ਪੰਚ ਮਹਾਵਰਤ ਹੁੰਦਾ ਹੈ ਤੇ ਉਹਦੇ 'ਚ ਇੱਕ ਸਿੱਖਿਆ ਉਹਨਾਂ ਦੀ ਅਪਰਿਗ੍ਰਹਿ ਹੈ, ਹਨਾ। ਅਪਰਿਗ੍ਰਹਿ ਦਾ ਮਤਲਬ ਕੀ ਹੈ? ਕਿਸੇ ਤਰ੍ਹਾਂ ਦੀ ਕੋਈ ਲਾਲਸਾ ਨਾ ਰੱਖਣਾ, ਕਿਸੇ ਤਰ੍ਹਾਂ ਦੀ ਕੋਈ ਸੰਪत्ति ਨਾ ਰੱਖਣਾ, ਕੋਈ ਲਾਲਚ ਨਾ ਰੱਖਣਾ। ਤਾਂ ਉਹ ਕੀ ਕਰਦਾ, ਜਦੋਂ ਉਹ ਦੀਕਸ਼ਾ ਲੈਂਦਾ ਤਾਂ ਫਿਰ ਉਹ ਸਾਰਾ ਕੁਝ ਆਪਣਾ ਜਿਹੜਾ ਲਾਲਚ ਹੈ ਜਾਂ ਰਾਜ ਪਾਠ ਹੈ ਸਭ ਕੁਝ ਉਹ ਤਿਆਗ ਦਿੰਦਾ ਤੇ ਆਪਣਾ ਜਿਹੜਾ ਉਹਦਾ ਪੁੱਤਰ ਹੁੰਦਾ ਬਿੰਦੂਸਾਰ, ਉਹਨੂੰ ਸਭ ਕੁਝ ਸੌਂਪ ਦਿੰਦਾ ਹੈ, ਠੀਕ ਹੈ ਨਾ। ਤਾਂ ਇਹ ਵੀ ਯਾਦ ਰੱਖਣਾ ਹੈ, ਭੱਦਰਬਾਹੂ ਵੀ ਯਾਦ ਰੱਖਣਾ ਹੈ, ਠੀਕ ਹੈ ਜੀ। ਤੇ ਕਿੱਥੇ ਗਿਆ ਚੰਦਰਗੁਪਤ ਮੌर्य? ਕਰਨਾਟਕ ਦੇ ਵਿੱਚ ਸ਼ਰਵਣ ਬੇਲਗੋਲਾ, ਸੁਪਰ ਇੰਪੋਰਟੈਂਟ ਹੈ ਇਹ, ਡਾਇਰੈਕਟਲੀ ਵੀ ਪੁੱਛ ਲਿਆ ਜਾਂਦਾ ਹੈ ਕਿ ਸ਼ਰਵਣ ਬੇਲਗੋਲਾ ਸਥਾਨ ਕਿੱਥੇ ਹੈ। ਤਾਂ ਇੱਥੇ ਚਲਾ ਜਾਂਦਾ ਹੈ ਬਈ ਚੰਦਰਗਿਰੀ ਦੀ ਪਹਾੜੀਆਂ ਤੇ, ਥੋੜਾ ਟਾਈਮ ਉੱਥੇ ਰਹਿੰਦਾ ਹੈ, ਬਾਅਦ ਦੇ ਵਿੱਚ ਆਪਣੇ ਪ੍ਰਾਣ ਤਿਆਗ ਦਿੰਦਾ। ਇੱਕ ਵਿਧੀ ਹੁੰਦੀ ਹੈ ਸਲੇਖਣਾ ਵਿਧੀ, ਸਲੇਖਣਾ ਵਿਧੀ ਨਾਲ ਇਹ ਆਪਣੇ ਪ੍ਰਾਣ ਆ ਜਿਹੜੇ ਉਹ ਤਿਆਗ ਦਿੰਦਾ। ਸਲੇਖਣਾ ਵਿਧੀ ਹੁੰਦੀ ਕੀ ਹੈ? ਦੇਖੋ, ਸਲੇਖਣਾ ਵਿਧੀ ਹੁੰਦੀ ਹੈ ਮਤਲਬ ਇੱਕ ਤਰ੍ਹਾਂ ਤੋਂ ਫਾਸਟਿੰਗ ਹੀ ਹੁੰਦਾ ਹੈ ਨਾ, ਸਲੋ ਫਾਸਟਿੰਗ ਤੁਸੀਂ ਕਹਿ ਸਕਦੇ ਹੋ। ਜਿਵੇਂ ਕਿਸੇ ਵਿਅਕਤੀ ਨੂੰ 5 ਰੋਟੀਆਂ ਦੀ ਭੁੱਖ ਹੈ ਨਾ, ਤਾਂ ਉਹ 5 ਖਾਂਦਾ, ਉਹਦੀ ਰੋਟੀ ਹੈ ਜਿਹੜੀ ਉਹ 4 ਕਰ ਦੇਣਗੇ, ਠੀਕ ਹੈ ਨਾ। ਥੋੜੇ ਟਾਈਮ ਤੱਕ ਉਹਨੂੰ 4 ਦੀ ਆਦਤ ਪੈ ਜੂਗੀ, ਫਿਰ 4 ਤੋਂ 3 ਕਰ ਦੇਣਗੇ, ਫਿਰ 2 1 ਇਦਾਂ ਕਰਕੇ ਜਿਹੜੀ ਡਾਈਟ ਹੈ ਉਹ ਘਟਦੀ ਚਲੀ ਜਾਂਦੀ ਹੈ ਤੇ ਬੰਦੇ ਦਾ ਜਿਹੜਾ ਸਰੀਰ ਹੈ ਉਹ ਵੀ ਡਾਊਨ ਹੁੰਦਾ ਚਲੇ ਜਾਂਦਾ ਤੇ ਇੱਕ ਦਿਨ ਫਿਰ ਉਹਦੀ ਆਟੋਮੈਟਿਕਲੀ ਜਿਹੜੀ ਡੈਥ ਹੋ ਜਾਂਦੀ ਹੈ, ਠੀਕ ਹੈ ਨਾ। ਇਹ ਵਿਧੀ ਹੁੰਦੀ ਹੈ ਸਲੇਖਣਾ ਵਿਧੀ, ਇਹਦੇ ਨਾਲ ਉਹ ਆਪਣੇ ਪ੍ਰਾਣ ਜਿਹੜੇ ਉਹ ਤਿਆਗ ਦਿੰਦਾ ਉੱਥੇ ਹੀ, ਠੀਕ ਹੈ। ਇਹ ਯਾਦ ਰੱਖਣਾ। ਇਹ ਚੰਦਰਗੁਪਤ ਮੌर्य ਦੀ ਲਾਈਫ ਸੀਗੀ। ਮੇਨ ਇੱਕ ਯੁੱਧ ਯਾਦ ਰੱਖਣਾ ਆਪਾਂ ਨੇ 305 ਦੇ ਵਿੱਚ ਜਿਹੜਾ ਉਹਨੇ ਆਪਣਾ ਸੈਲੂਕਸ ਨਿਕੇਟਰ ਦੇ ਨਾਲ ਕਰਿਆ, ਠੀਕ ਹੈ। ਤਾਂ ਉਹ ਯਾਦ ਰੱਖੋ। ਬਾਕੀ ਉਹਦਾ ਪ੍ਰਧਾਨ ਮੰਤਰੀ ਕੌਣ ਹੋਊਗਾ? ਪ੍ਰਧਾਨ ਮੰਤਰੀ ਦਾ ਬਈ ਚਾਣਕਿਆ ਹੀ ਹੋਊਗਾ, ਜਿਹਦੀ ਹੈਲਪ ਦੇ ਨਾਲ ਉਹ ਇੰਨਾ ਵੱਡੇ ਅੰਪਾਇਰ ਦਾ ਮਾਲਕ ਬਣਿਆ ਚਾਣਕਿਆ ਹੀ ਕੌਣ ਹੋਊਗਾ? ਪ੍ਰਧਾਨ ਮੰਤਰੀ ਹੋਊਗਾ, ਠੀਕ ਹੈ। ਚਾਣਕਿਆ ਨੂੰ ਆਪਾਂ ਕੌਟਲਿਆ ਵੀ ਕਹਿੰਦੇ ਆ, ਵਿਸ਼ਨੂੰ ਗੁਪਤ ਵੀ ਕਹਿੰਦੇ ਆ, ਠੀਕ ਹੈ। ਇਹ ਯਾਦ ਰੱਖਣਾ, ਇਹ ਡਾਇਰੈਕਟਲੀ ਕੁਐਸਚਨ ਪੁੱਛੇ ਜਾਂਦੇ ਆ। ਚਾਣਕਿਆ ਦੀ ਕਾਫੀ ਬੁੱਕਸ ਨੇ, ਇਹਨਾਂ ਵਿੱਚੋਂ ਇੱਕ ਬੁੱਕ ਮੇਨ ਇਹ ਯਾਦ ਰੱਖੋ ਤੁਸੀਂ, ਅਰਥ ਸ਼ਾਸਤਰ, ਠੀਕ ਹੈ। ਅਰਥ ਸ਼ਾਸਤਰ ਦਾ ਮਤਲਬ ਇਕਨੋਮੀ ਨਹੀਂ ਹੈਗਾ, ਇਹ ਬੁੱਕ ਇਕਨੋਮੀ ਦੀ ਨਹੀਂ ਹੈਗੀ, ਇਹ ਬੁੱਕ ਪੋਲਿਟੀ ਦੀ ਹੈ, ਰਾਜਨੀਤੀ ਦੀ ਹੈ, ਠੀਕ ਹੈ ਨਾ। ਇਹਦੇ ਵਿੱਚ ਚੰਦਰਗੁਪਤ ਮੌर्य ਦੇ ਰਾਜ ਦੀ ਜਾਣਕਾਰੀ ਸਾਨੂੰ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵੀ ਇੱਕ ਰਾਜਪਾਟ ਕਿਵੇਂ ਚੱਲਣਾ ਚਾਹੀਦਾ, ਮਤਲਬ ਚੰਦਰਗੁਪਤ ਤੋਂ ਇਲਾਵਾ ਵੀ ਹੋਰ ਕਾਫੀ ਜਾਣਕਾਰੀ ਹੈ ਪੋਲਿਟੀ ਦੇ ਨਾਲ ਸਾਨੂੰ ਉਹ ਰਿਲੇਟਡ ਉਹ ਮਿਲਦੀ ਹੈ, ਠੀਕ ਹੈ। ਬੁੱਕ ਦਾ ਨਾਮ ਬੇਸ਼ੱਕ ਅਰਥ ਸ਼ਾਸਤਰ ਹੋਵੇ ਪਰ ਇਹ ਬੁੱਕ ਪੋਲਿਟੀ ਦੀ ਹੈ, ਇਹ ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਚਾਣਕਿਆ ਦੀ ਚਾਣਕਿਆ ਨੀਤੀ ਵੀ ਕਾਫੀ ਫੇਮਸ ਬੁੱਕ ਹੈ, ਬਟ ਜ਼ਿਆਦਾਤਰ ਕੁਐਸਚਨ ਅਰਥ ਸ਼ਾਸਤਰ ਤੇ ਹੀ ਆਉਂਦਾ, ਠੀਕ ਹੈ ਨਾ। ਤਾਂ ਇਹ ਚੰਦਰਗੁਪਤ ਮੌर्य ਦੀ ਪੂਰੀ ਲਾਈਫ ਹੁੰਦੀ ਹੈ, ਠੀਕ ਹੈ ਜੀ। ਚੰਦਰਗੁਪਤ ਮੌर्य ਤੋਂ ਬਾਅਦ ਰਾਜਾ ਬਣਦਾ ਹੈ ਉਹਦਾ ਪੁੱਤਰ ਬਿੰਦੂਸਾਰ, ਠੀਕ ਹੈ ਨਾ। ਹੁਣ ਉਹਦੇ ਬਾਰੇ ਆਪਾਂ ਪੜਾਂਗੇ। ਚੰਦਰਗੁਪਤ ਮੌर्य ਤੋਂ ਬਾਅਦ ਰਾਜਾ ਕੌਣ ਬਣਦਾ ਹੈ ਬਈ? ਬਿੰਦੂਸਾਰ ਮੌर्य, ਯਾਨੀ ਮੌर्य ਵੰਸ਼ ਦਾ ਇੱਕ ਦੂਜਾ ਰਾਜਾ ਹੋ ਜਾਊ, ਠੀਕ ਹੈ ਨਾ। ਟਾਈਮ ਪੀਰੀਅਡ ਇਹਦਾ ਇਹ ਹੈ, ਨਹੀਂ ਯਾਦ ਰੱਖਣਾ ਹੈ ਬਿਲਕੁਲ ਵੀ, ਠੀਕ ਹੈ। ਬੇਸਿਕ ਜੀ ਇਨਫੋਰਮੇਸ਼ਨ ਹੈ ਬਿੰਦੂਸਾਰ ਬਾਰੇ, ਜਿਵੇਂ ਪਿਤਾ ਦਾ ਨਾਂ ਇਹਦੇ ਚੰਦਰਗੁਪਤ ਹੋ ਗਿਆ, ਮਾਤਾ ਦਾ ਨਾਂ ਧੁਰਧਰਾ, ਠੀਕ ਹੈ ਨਾ। ਉਹ ਸੈਲੂਕਸ ਨਿਕੇਟਰ ਦੀ ਕੁੜੀ ਨਹੀਂ ਹੈਗੀ ਹੈਲੇਨਾ, ਇਹ ਦੂਜੀ ਰਾਣੀ ਹੈ ਚੰਦਰਗੁਪਤ ਮੌर्य ਦੀ, ਧੁਰਧਰਾ, ਠੀਕ ਹੈ। ਉਹਦੀ ਜਿਹੜੀ ਸੰਤਾਨ ਸੀ ਉਹਨੂੰ ਰਾਜਾ ਨਹੀਂ ਬਣਾਇਆ ਗਿਆ ਸੀ, ਠੀਕ ਹੈ ਨਾ। ਇਹ ਯਾਦ ਰੱਖਣਾ ਹੈ, ਠੀਕ ਹੈ। ਕਿਉਂਕਿ ਉਹਦਾ ਮਤਲਬ ਜੋ ਵੀ ਮੁੰਡਾ ਹੋਊਗਾ ਜਾਂ ਕੁੜੀ ਜੋ ਵੀ, ਜੇ ਉਹਨੂੰ ਰਾਜਾ ਵਗੈਰਾ ਬਣਾਇਆ ਜਾਵੇ ਤਾਂ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਸੌਫਟ ਕੋਰਨਰ ਹੈ ਜਿਹੜਾ, ਹਨਾ, ਉਹ ਆਪਣੇ ਮਤਲਬ ਤੁਸੀਂ ਕਹਿ ਸਕਦੇ ਹੋ ਆਪਣੀ ਮਾਂ ਦੀ ਜਿਹੜੀ ਮਾਤਰ ਭੂਮੀ ਹੈ, ਹਨਾ, ਯੂਨਾਨ, ਉਹਦੇ ਪ੍ਰਤੀ ਰਹੂਗਾ, ਠੀਕ ਹੈ। ਇਸ ਕਰਕੇ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋ ਉਹਨੂੰ ਨਹੀਂ ਬਣਾਇਆ ਗਿਆ ਸੀ, ਠੀਕ ਹੈ ਨਾ। ਬਾਕੀ ਬਿੰਦੂਸਾਰ ਹੈ ਜਿਹੜਾ, ਬਿੰਦੂਸਾਰ ਨੂੰ ਬਾਕੀ ਹੋਰ ਕਾਫੀ ਨਾਮਾਂ ਤੋਂ ਜਾਣਿਆ ਜਾਂਦਾ ਹੈ, ਠੀਕ ਹੈ। ਜਿਹੜੇ ਯੂਨਾਨੀ ਹੈ, ਜਿਹੜੇ ਗ੍ਰੀਕ ਹੈ, ਹਨਾ, ਉਹ ਅਮਿਤ੍ਰੋਚੈਟਸ ਇਹਨੂੰ ਕਹਿੰਦੇ ਸੀਗੇ ਤੇ ਅਮਿਤ੍ਰੋਚੈਟਸ ਨੂੰ ਆਪਾਂ ਜੇ ਸੰਸਕ੍ਰਿਤ ਦੇ ਵਿੱਚ ਦੇਖੀਏ ਤਾਂ ਅਮਿਤ੍ਰੋਘਟ ਬਣਦਾ ਹੈ, ਹਨਾ। ਅਮਿਤ੍ਰੋਚਟ ਤੇ ਅਮਿਤ੍ਰੋਘਟ ਵੀ ਉਹਦੇ ਨਾਂ ਸੀਗੇ। ਵਾਯੂ ਪੁਰਾਣ ਦੇ ਵਿੱਚ ਇਹਨੂੰ ਭੱਦਰਸਾਰ, ਜੈਨ ਧਰਮ ਦੇ ਗ੍ਰੰਥਾਂ ਵਿੱਚ ਸਿਨਹਾਸੇਨ ਤੇ ਚੀਨ ਦੀ ਕਿਤਾਬਾਂ ਦੇ ਵਿੱਚ
ਬਿੰਦੂਪਾਲ, ਇਹ ਸਾਰੇ ਨਾਂ ਕਿਹਦੇ ਨੇ? ਬਿੰਦੂਸਾਰ ਦੇ, ਠੀਕ ਹੈ ਨਾ। ਯਾਨੀ ਬਿੰਦੂਸਾਰ ਨੂੰ ਵਾਯੂ ਪੁਰਾਣ ਦੇ ਵਿੱਚ ਭੱਦਰਸਾਰ ਕਿਹਾ ਗਿਆ, ਜੈਨ ਧਰਮ ਦੇ ਗ੍ਰੰਥਾਂ ਵਿੱਚ ਸਿਨਾਸੇਨੀ ਨੂੰ ਕਿਹਾ ਗਿਆ, ਤੇ ਚੀਨ ਦੇ ਜੇ ਆਪਾਂ ਗ੍ਰੰਥ ਦੇਖੀਏ, ਚੀਨ ਦੀ ਬੁੱਕਸ ਦੇਖੀਏ, ਜਿਹੜੇ ਯਾਤਰੀ ਵਗੈਰਾ ਆਉਂਦੇ ਸੀਗੇ ਚਾਈਨਾ ਤੋਂ, ਹਨਾ, ਉਹਨਾਂ ਦੀ ਕਿਤਾਬਾਂ ਦੇ ਵਿੱਚ ਇਹਨੂੰ ਬਿੰਦੂਪਾਲ ਕਿਹਾ ਗਿਆ, ਠੀਕ ਹੈ। ਤੇ ਯੂਨਾਨੀਆਂ ਦੀ ਕਿਤਾਬਾਂ ਦੇ ਵਿੱਚ ਇਹਨੂੰ ਅਮਿਤ੍ਰੋਚੈਟਸ ਜਾਂ ਅਮਿਤ੍ਰੋਘਟ ਦੇ ਨਾਂ ਤੋਂ ਜਾਣਿਆ ਗਿਆ। ਇਹ ਕੁਐਸਚਨ ਵੀ ਪਹਿਲਾਂ ਪੁੱਛੇ ਜਾਂਦੇ ਆ ਬੁੱਕਸ ਦੇ ਵਿੱਚ, ਠੀਕ ਹੈ। ਹੁਣ ਜਿਹੜੇ ਯੂਨਾਨੀ ਨੇ ਉਹਨਾਂ ਦਾ ਰਾਜਦੂਤ ਪਹਿਲਾਂ ਦਰਬਾਰ ਦੇ ਵਿੱਚ ਕੌਣ ਰਹਿ ਰਿਹਾ ਸੀਗਾ? ਮੈਗਸਥਨੀਜ਼। ਹੁਣ ਉਸ ਤੋਂ ਬਾਅਦ ਨਵਾਂ ਇੱਕ ਯੂਨਾਨੀ ਰਾਜਦੂਤ ਆਊਗਾ, ਡੈਮੋਕੋਸ। ਇਹ ਵੀ ਯਾਦ ਰੱਖਣਾ। ਤਾਂ ਡੈਮੋਕੋਸ ਯੂਨਾਨੀ ਰਾਜਦੂਤ ਕਿਹਦੇ ਟਾਈਮ ਪੀਰੀਅਡ ਦੇ ਵਿੱਚ ਸੀਗਾ? ਬਿੰਦੂਸਾਰ ਦੇ ਵਿੱਚ, ਠੀਕ ਹੈ ਨਾ। ਤੇ ਇਸ ਤੋਂ ਇਲਾਵਾ ਦੇਖੋ ਇਹ ਜਿਹੜਾ ਪੁਆਇੰਟ ਹੈ ਇਹ ਥੋੜਾ ਜਿਹਾ ਕਨਫਲਿਕਟ ਵਾਲਾ ਪੁਆਇੰਟ ਹੈ ਕਿ ਇਸ ਦੇ ਸਮੇਂ ਦੇ ਵਿੱਚ, ਬਿੰਦੂਸਾਰ ਦੇ ਸਮੇਂ ਦੇ ਵਿੱਚ ਜਿਹੜਾ ਮਗਧ ਸਾਮਰਾਜ ਹੈ ਉਹਦਾ ਵਿਸਤਾਰ ਹੈ ਸਾਊਥ ਤੱਕ ਹੋ ਗਿਆ, ਮੈਸੂਰ ਤੱਕ। ਮੈਸੂਰ ਕਿੱਥੇ? ਮੈਸੂਰ ਕਰਨਾਟਕਾ ਦੇ ਵਿੱਚ ਹੈ। ਬਟ ਇਹ ਐਕਿਊਰੇਟ ਕਿਸੇ ਨੂੰ ਨਹੀਂ ਪਤਾ ਕਿ ਉਹ ਚੰਦਰਗੁਪਤ ਦੇ ਟਾਈਮ ਦੇ ਵਿੱਚ ਹੋਇਆ ਜਾਂ ਫਿਰ ਉਹ ਬਿੰਦੂਸਾਰ ਦੇ ਟਾਈਮ ਦੇ ਵਿੱਚ ਹੋਇਆ। ਬਟ ਇੰਨਾ ਹੈ ਕਿਉਂਕਿ ਕਾਫੀ ਹਿਸਟੋਰੀਅਨਸ ਕਹਿੰਦੇ ਆ ਕਿ ਚੰਦਰਗੁਪਤ ਦੇ ਸਮੇਂ ਤੇ ਹੀ ਜਿਹੜਾ ਮਗਧ ਹੈ ਉਹ ਕਰਨਾਟਕਾ ਤੱਕ ਪਹੁੰਚ ਗਿਆ ਸੀ, ਤੇ ਕਈ ਹਿਸਟੋਰੀਅਨ ਕਹਿੰਦੇ ਆ ਕਿ ਉਹ ਬਿੰਦੂਸਾਰ ਦੇ ਟਾਈਮ 'ਚ ਪਹੁੰਚਿਆ ਸੀਗਾ। ਇਹ ਯਾਦ ਰੱਖਣਾ ਆਪਾਂ ਨੇ, ਬਸ ਇੰਨਾ ਯਾਦ ਰੱਖੋ, ਚੰਦਰਗੁਪਤ ਜਾਂ ਬਿੰਦੂਸਾਰ ਦੇ ਟਾਈਮ ਦੇ ਵਿੱਚ ਮਗਧ ਸਾਮਰਾਜ ਜਿਹੜਾ ਉਹ ਸਾਊਥ ਤੱਕ ਪਹੁੰਚ ਚੁੱਕਿਆ ਸੀਗੀ, ਮੈਸੂਰ ਤੱਕ ਪਹੁੰਚ ਗਿਆ, ਠੀਕ ਹੈ ਨਾ, ਪਹੁੰਚ ਗਿਆ ਸੀ, ਠੀਕ ਹੈ। ਇਹ ਤੁਸੀਂ ਮੈਪ ਹੈ ਜਿਹੜਾ ਇਹ ਦੇਖ ਸਕਦੇ ਹੋ, ਠੀਕ ਹੈ। ਇਹ ਮੈਪ ਹੈ ਜਿਹੜਾ ਤੁਸੀਂ ਇਹ ਦੇਖ ਲਓ। ਬਸ ਇਹਦੇ 'ਚ ਇਹ ਯਾਦ ਰੱਖਣਾ ਹੈ ਕਿ ਜਿਹੜਾ ਕਲਿੰਗ ਹੈ, ਕਲਿੰਗ ਯਾਨੀ ਉੜੀਸਾ ਦੀ ਗੱਲ ਹੋ ਰਹੀ ਹੈ, ਠੀਕ ਹੈ, ਇਹ ਹਲੇ ਵੀ ਮਗਧ ਦਾ ਹਿੱਸਾ ਨਹੀਂ ਹੈ, ਠੀਕ ਹੈ, ਉੜੀਸਾ, ਠੀਕ ਹੈ ਨਾ। ਬਾਕੀ ਲਗਭਗ ਪੂਰਾ ਇੰਡੀਆ ਇਹਨਾਂ ਨੇ ਕਵਰ ਕਰ ਲਿਆ। ਸਾਊਥ ਦੇ ਵਿੱਚ ਥੋੜਾ ਜਿਹਾ ਕੇਰਲ ਤੇ ਤਾਮਿਲਨਾਡੂ ਵਾਲਾ ਏਰੀਆ ਬਚਿਆ ਹੋਇਆ, ਬਾਕੀ ਪੂਰਾ ਇੰਡੀਆ ਜਿਹੜਾ ਉਹ ਲਗਭਗ ਇਹਨਾਂ ਨੇ ਕਵਰ ਕਰ ਲਿਆ ਬਿੰਦੂਸਾਰ ਤੇ ਚੰਦਰਗੁਪਤ ਮੌਰਿਆ ਨੇ, ਠੀਕ ਹੈ ਨਾ। ਇਹ ਯਾਦ ਰੱਖਣਾ ਹੈ, ਠੀਕ ਹੈ। ਬਾਕੀ ਹੋਰ ਪੁਆਇੰਟ ਬਿੰਦੂਸਾਰ ਬਾਰੇ, ਬਿੰਦੂਸਾਰ ਦਾ ਇੱਕ ਸੀਰੀਆ ਦਾ ਰਾਜਾ ਸੀਗਾ ਵੀ ਐਂਟੋਕਸ, ਇਹਦੇ ਨਾਲ ਵੀ ਇਹਦੇ ਮਤਲਬ ਫਰੈਂਡਲੀ ਰਿਲੇਸ਼ਨ ਸੀਗੇ ਐਂਟੋਕਸ ਦੇ ਨਾਲ। ਉਹਦੇ ਤੋਂ ਇਹ ਅੰਜੀਰ, ਡਰਾਈ ਫਰੂਟ ਇੱਕ ਹੁੰਦਾ ਹੈ ਹਨਾ, ਅੰਜੀਰ, ਤੇ ਇੱਕ ਸ਼ਰਾਬ ਵਗੈਰਾ, ਹਨਾ, ਇਹ ਦੋ ਚੀਜ਼ਾਂ ਇਹ ਉਹਦੇ ਤੋਂ ਮੰਗਾਇਆ ਕਰਦਾ ਸੀ। ਇਸ ਤੋਂ ਇਲਾਵਾ ਇਹਨੇ ਮਤਲਬ ਜਿਹੜਾ ਬਿੰਦੂਸਾਰ ਹੈ ਇਹਨੇ ਫਿਲੋਸਫਰ ਵਗੈਰਾ ਦੀ ਵੀ ਡਿਮਾਂਡ ਰੱਖੀ ਹੈ ਕਿ ਸਾਨੂੰ ਕੋਈ ਫਿਲੋਸਫਰ ਵਗੈਰਾ ਵੀ ਦਿਓ, ਬਟ ਉਹ ਸੀਰੀਆ ਦੇ ਰਾਜਾ ਨੇ ਮਨਾ ਕਰਤੀ ਕਿ ਆਪਾਂ ਫਿਲੋਸਫਰ ਵਗੈਰਾ ਜਿਹੜਾ ਉਹ ਆਪਾਂ ਨਹੀਂ ਤੁਹਾਨੂੰ ਦੇ ਸਕਦੇ, ਠੀਕ ਹੈ। ਬਸ ਉਹ ਸ਼ਰਾਬ ਤੇ ਅੰਜੀਰ ਹੈ ਜਿਹੜਾ ਉਹ ਦਿੰਦਾ ਸੀਗਾ, ਠੀਕ ਹੈ। ਤੇ ਬਿੰਦੂਸਾਰ ਦੇ ਸਮੇਂ ਤਕਸ਼ੀਲਾ ਦੇ ਵਿੱਚ 2 ਵਾਰ ਵਿਦਰੋਹ ਹੋਇਆ, ਇਹ ਵੀ ਯਾਦ ਰੱਖੋ। ਤਕਸ਼ੀਲਾ ਜਿਹੜਾ ਹਨਾ ਪਾਕਿਸਤਾਨ ਦੇ ਵਿੱਚ ਐਟ ਪ੍ਰੈਜ਼ੈਂਟ ਬਾਰਡਰ ਵਾਲਾ ਏਰੀਆ ਸੀਗਾ। ਇੱਥੇ ਕੀ ਹੈ, ਇੱਥੇ 2 ਵਾਰ ਵਿਦਰੋਹ ਹੁੰਦਾ। ਇੱਥੇ ਜਿਹੜੇ ਲੋਕਲ ਕਬੀਲੇ ਵਾਲੇ ਨੇ ਜਾਂ ਲੋਕਲ ਰਾਜਾ ਸੀਗੇ ਇੱਥੇ ਦੇ, ਉਹ ਵਿਦਰੋਹ ਕਰਦੇ ਆ ਕਿ ਆਪਾਂ ਨੇ ਬਿੰਦੂਸਾਰ ਦੇ ਅੰਡਰ ਜਿਹੜਾ ਨਹੀਂ ਰਹਿਣਾ। 2 ਵਾਰ ਵਿਦਰੋਹ ਹੁੰਦਾ। ਤਾਂ ਇਹ 2 ਵਾਰ ਵਿਦਰੋਹ ਨੂੰ ਅਸ਼ੋਕ ਤੇ ਇੱਕ ਉਹਦਾ ਬ੍ਰਦਰ ਸੀਗਾ ਵੀ ਸਮੀਸ ਸ਼ਾਇਦ ਨਾਂ ਸੀ ਉਹਦਾ, ਉਹ ਦੋਹੇ ਮਿਲ ਕੇ ਵਿਦਰੋਹ ਨੂੰ ਦਬਾਉਂਦੇ ਆ। ਮੇਨਲੀ ਆਪਾਂ ਨੇ ਇੱਕ ਯਾਦ ਰੱਖਣਾ ਹੈ ਕਿ ਅਸ਼ੋਕ ਹੈ ਜਿਹੜਾ, ਅਸ਼ੋਕ ਦੀ ਡਿਊਟੀ ਲੱਗੀ ਸੀ ਤਕਸ਼ੀਲਾ ਦਾ ਵਿਦਰੋਹ ਆ ਜਿਹੜਾ ਦਬਾਉਣ ਦੀ, ਠੀਕ ਹੈ ਨਾ। ਬਾਕੀ ਬਿੰਦੂਸਾਰ ਦੇ ਰਿਲੀਜਨ ਬਾਰੇ ਤਾਂ ਐਕੂਰੇਟ ਅਲੱਗ-ਅਲੱਗ ਹਿਸਟੋਰੀਅਨਸ ਉਹੀ ਆ ਵੀ ਅਲੱਗ-ਅਲੱਗ ਦਾਅਵੇ ਕਰਦੇ ਆ। ਜੈਨੀ ਕਹਿੰਦੇ ਆ ਵੀ ਉਹ ਜੈਨੀ ਸੀਗਾ, ਬੋਧੀ ਸਮਰਾਟ ਅਸ਼ੋਕ ਤੋਂ ਬਾਅਦ ਤਾਂ ਬੋਧੀ ਹੀ ਦਾਅਵਾ ਕਰਦੇ ਆ ਕਿ ਸਮਰਾਟ ਅਸ਼ੋਕ ਬੌਧ ਸੀਗਾ। ਤੇ ਬਟ ਇਹ ਪੁਆਇੰਟ ਯਾਦ ਰੱਖੋ ਕਿ ਇੱਕ ਆਜੀਵਿਕਾ ਸੰਪਰਦਾਇ ਸੀ, ਤੇ ਇਹ ਵੀ ਪ੍ਰੂਫ ਮਿਲਦੇ ਆ ਕਿ ਬਿੰਦੂਸਾਰ ਹੈ ਜਿਹੜਾ ਉਹ ਆਜੀਵਿਕਾ ਸੰਪਰਦਾਇ ਦੇ ਜਿਹੜੇ ਸਾਧੂ ਵਗੈਰਾ ਸੀ ਉਹ ਇਹਦੇ ਦਰਬਾਰ 'ਚ ਰਹਿੰਦੇ ਸੀ। ਤਾਂ ਇਹ ਵੀ ਡਾਊਟ ਹੋ ਸਕਦਾ ਹੈ, ਮਤਲਬ ਇਹ ਵੀ ਪੁਆਇੰਟ ਹੋ ਸਕਦਾ ਕਿ ਉਹ ਬਿੰਦੂਸਾਰ ਹੈ ਜਿਹੜਾ ਆਜੀਵਿਕਾ ਸੰਪਰਦਾਇ ਨੂੰ ਮੰਨਦਾ ਸੀਗਾ। ਜੈਨ ਧਰਮ ਦੇ ਵਿੱਚ ਆਪਾਂ ਨੇ ਪੜ੍ਹਿਆ ਨਾ, ਜਿਹੜੇ 24ਵੇਂ ਤੀਰਥੰਕਰ ਸੀਗੇ ਮਹਾਵੀਰ ਜੈਨ, ਉਹ ਨੰਦੀਵਰਧਨ ਦੀ ਆਗਿਆ ਦੇ ਨਾਲ, ਆਪਣੇ ਬੜੇ ਭਾਈ ਦੀ ਆਗਿਆ ਦੇ ਨਾਲ ਜਦੋਂ ਉਹ ਆਪਣਾ ਮਹਿਲ ਹੈ ਛੱਡਦੇ ਆ ਤੇ ਕਾਫੀ ਟਾਈਮ ਹੈ ਜਿਹੜੇ ਉਹ ਮਕਾਲੀ ਗੋਸ਼ਾਲਾ ਦੇ ਨਾਲ ਰਹਿੰਦੇ ਆ, ਤੇ ਮਕਾਲੀ ਗੋਸ਼ਾਲਾ ਹੀ ਆਜੀਵਿਕਾ ਸੰਪਰਦਾਇ ਹੈ ਜਿਹੜਾ ਉਹਦੀ ਸਥਾਪਨਾ ਕਰਦਾ ਹੈ, ਹਨਾ। ਤਾਂ ਆਜੀਵਿਕਾ ਸੰਪਰਦਾਇ ਦੇ ਜਿੰਨੇ ਵੀ ਉਸ ਟਾਈਮ ਦੇ ਸਾਧੂ ਵਗੈਰਾ ਸੀਗੇ ਉਹ ਬਿੰਦੂਸਾਰ ਦੇ ਦਰਬਾਰ 'ਚ ਰਹਿੰਦੇ ਸੀ। ਇਹਦੇ ਵੀ ਕੁਝ ਮਤਲਬ ਪ੍ਰਮਾਣ ਹੈ ਜਿਹੜੇ ਉਹ ਮਿਲਦੇ ਆ। ਤਾਂ ਇਹ ਵੀ ਹੋ ਸਕਦਾ ਹੈ ਕਿ ਇਹ ਜਿਹੜਾ ਬਿੰਦੂਸਾਰ ਹੈ ਉਹ ਉਸ ਟਾਈਮ ਇਸ ਸੰਪਰਦਾਇ ਨੂੰ ਮੰਨਦਾ ਸੀ, ਠੀਕ ਹੈ ਨਾ। ਇਹ ਵੀ ਪੁਆਇੰਟ ਆਪਣੇ ਮਾਈਂਡ ਦੇ ਵਿੱਚ ਤੁਸੀਂ ਰੱਖਣਾ ਹੈ। ਤਾਂ ਇਹ ਬਈ ਬਿੰਦੂਸਾਰ ਦੀ ਲਾਈਫ ਹੈ। ਉਸ ਤੋਂ ਬਾਅਦ ਜਿਹੜਾ ਅਗਲਾ ਰਾਜਾ ਬਣਦਾ ਹੈ ਉਹ ਸਮਰਾਟ ਅਸ਼ੋਕ ਬਣਦਾ ਹੈ। ਉਹਦੇ ਬਾਰੇ ਆਪਾਂ ਇੱਕ ਪੂਰਾ ਹੀ ਲੈਕਚਰ ਲਵਾਂਗੇ, ਠੀਕ ਹੈ ਨਾ। ਉਹਦੇ ਬਾਰੇ ਆਪਾਂ ਨੇ ਬਹੁਤ ਕੁਝ ਪੜ੍ਹਨਾ ਹੈ, ਠੀਕ ਹੈ ਨਾ। ਤਾਂ ਉਹਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਹੀ ਪੜਾਂਗੇ, ਠੀਕ ਹੈ। ਥੈਂਕ ਯੂ।